पंजाब सरकार ने बिजली समझौतिਆਂ ਨੂੰ ਮੁੜ ਵਿਚਾਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ। ਸੂਤਰਾਂ ਦੇ ਹਵਾਲੇ ਤੋਂ ਖਬਰ ਸਮਝੌਤੇ ਰੱਦ ਕਰਨ ਲਈ ਮੰਗੀ ਗਈ ਕਾਨੂੰਨੀ ਰਾਏ। ਸਮਝੌਤਿਆਂ ਨੂੰ ਲੈ ਕੇ ਆਪਣੇ ਹੀ ਚੁੱਕ ਰਹੇ ਨੇ ਸਰਕਾਰ ਤੇ ਸਵਾਲ। पंजाब च खत्म नहीं हो रहा बिजली संकट। रोपड़ प्लांट की एक यूनिट अजे भी खराब। कल लहरा मुहब्बत प्लांट की भी एक यूनिट कुछ घंटे रही सी बंद। बिजली सप्लाई च 2000 मेगावाट की वध की कमी दर्ज। सप्लाई पूरी करने के लिए सरकार को खरीदनी पै रही है महंगी बिजली। कल 12 रुपए 40 पैसे प्रति यूनिट के हिसाब नाल खरीदी गई 400 मेगावाट बिजली। प्लांट नहीं हुए ठीक तो आने वाले दिनों च स्थिति होर हो सकती है खराब। बिजली संकट ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਨੂੰ ਲਿਖੀ ਚਿੱਠੀ ਕਿਹਾ ਮਾੜੇ ਇੰਤਜ਼ਾਮਾਂ ਲਈ ਅਫਸਰਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੈਅ। ਬਿਜਲੀ ਸਮਝੌਤਿਆਂ ਨੂੰ ਮੁੜ ਵਿਚਾਰਨ ਜਾਂ ਰੱਦ ਕਰਨ ਦੀ ਕੀਤੀ ਮੰਗ। ਹਰੀਸ਼ ਰਾਵਤ ਦੀ ਥਾਂ ਰਾਜੀਵ ਸ਼ੁਕਲਾ ਬਣਾਏ ਜਾ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ। ਕੱਲ ਚੰਡੀਗੜ੍ਹ ਪਹੁੰਚੇ ਰਾਜੀਵ ਸ਼ੁਕਲਾ ਨੇ ਕੈਪਟਨ ਨਾਲ ਕੀਤੀ ਮੁਲਾਕਾਤ। ਮੌਜੂਦਾ ਸਮੇਂ 'ਚ ਹਿਮਾਚਲ ਕਾਂਗਰਸ ਦੇ ਇੰਚਾਰਜ ਨੇ ਰਾਜੀਵ ਸ਼ੁਕਲਾ। कारण दसो नोटिस का अनिल जोशी ने पार्टी को भेजा लिखती जवाब। पूछा किसानों ते मजदूरों की आवाज बुलंद करना पार्टी विरोधी गतिविधियां किवें। मैं सिर्फ पंजाब इकाई नूं किसानों के हक च खड़े होने लई कहा सी। खेती कानूनों ते केंद्र ने फिर दोहराया पुराना स्टैंड। नरेंद्र तोमर बोले नहीं खत्म होणगियां मंडियां करांगे होर मजबूत। कानून रद्द करन तो इलावा हर मंग ते विचार करन लई हां तैयार। तां राकेश टिकैत दा जवाब शर्तां नाल गल ना करे सरकार। नवे मंत्रियों नूं प्रधानमंत्री दी नसीहत। बेवजह मीडिया च ना देण बयानबाजी। खुद नूं चमकाउण दी बजाय काम नूं बेहतर बनाउण ते देण जोर। पहाड़ां तो आईयां भीड़ भाड़ वालियां तस्वीरां तो पीएम भी चिंतित। कहा अजिही गलती नाल हार जावांगे कोरोना खिलाफ जंग। लोकां नूं गाइडलाइनस दी पालना करन दी दित्ती नसीहत। ਅਤੇ ਅੰਤਿਮ ਦਰਸ਼ਨਾਂ ਲਈ ਅੱਜ ਰਿਜ ਮੈਦਾਨ ਤੇ ਰੱਖੀ ਜਾਵੇਗੀ ਵੀਰਭਦਰ ਸਿੰਘ ਦੀ ਮ੍ਰਿਤਕ ਦੇਹ। ਜੇਪੀ ਨੱਡਾ ਤੇ ਰਾਹੁਲ ਗਾਂਧੀ ਵੀ ਜਾਣਗੇ ਸ਼ਿਮਲਾ। 87 ਸਾਲ ਦੀ ਉਮਰ ਦੇ ਵਿੱਚ ਕੱਲ ਲਏ ਸੀ ਆਖਰੀ ਸਾਹ। सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत वर्दी। बुलेटिन की शुरुआत करते हैं बिजली संकट ਦੇ ਨਾਲ ਜੋ ਪੰਜਾਬ ਦੇ ਵਿੱਚ ਬਰਕਰਾਰ ਹੈ ਤਾਂ ਇਸ ਸਭ ਦੇ ਵਿਚਾਲੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਕਿਤੇ ਨਾ ਕਿਤੇ ਤਿਆਰੀ ਹੋ ਰਹੀ ਹੈ। ਸਮਝੌਤਿਆਂ ਨੂੰ ਵਿਚਾਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸਰਕਾਰ ਨੇ ਸਮਝੌਤਿਆਂ ਤੇ ਕਾਨੂੰਨੀ ਰਾਏ ਮੰਗੀ ਹੈ। ਨਿੱਜੀ ਕੰਪਨੀਆਂ ਦੇ ਨਾਲ ਹੋਏ ਸਮਝੌਤੇ ਤੇ ਇਹ ਰਾਏ ਮੰਗੀ ਗਈ ਹੈ। ਅਕਾਲੀ ਸਰਕਾਰ ਦੇ ਵੇਲੇ ਇਹ ਬਿਜਲੀ ਸਮਝੌਤੇ ਕੀਤੇ ਗਏ ਸੀ ਤੇ ਇਹਨਾਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਵਿਰੋਧੀਆਂ ਦੇ ਨਾਲ-ਨਾਲ ਆਪਣੇ ਵੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਤੇ ਇਸ ਸਭ ਦੇ ਵਿਚਾਲੇ ਲਗਾਤਾਰ यही सवाल जो एक सरकार दे कोलों विरोधी कर रहे सी कि जेकर बिजली समझौतियां नूं ही सरकार कारण मनदी है महंगी बिजली दा बिजली संकट दा तो फिर आखिरकार वो बिजली समझौते रद्द क्यों नहीं कर दिते जांदे। हुण तक उन्हां बिजली समझौतियां दा कुछ कीता क्यों नहीं गया। भगवंत मान ने सवाल चुके इत्थों तक कि हुण तां अपने भी सवाल चुक रहे ने। सरकार दे ही अपने मंत्री सरकार दे ही अपने विधायक जो ने वो इन्हां बिजली समझौतियां ते ਅੱਖਾਂ ਦਿਖਾ ਰਹੇ ਨੇ ਸਰਕਾਰ ਨੂੰ। ਤਾਂ ਸਭ ਦੇ ਵਿਚਾਲੇ ਹੁਣ ਇਹਨਾਂ ਸਮਝੌਤਿਆਂ ਨੂੰ ਵਿਚਾਰਨ ਦੀ ਕਵਾਇਦ ਸ਼ੁਰੂ ਹੋਈ ਹੈ ਤੇ ਸਰਕਾਰ ਨੇ ਸਮਝੌਤਿਆਂ ਤੇ ਕਾਨੂੰਨੀ ਰਾਏ ਮੰਗੀ ਹੈ। ਪੰਕਜ ਕਪਾਹੀ ਸਾਡੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਪੰਕਜ, ਇੱਕ ਪਾਸੇ ਬਿਜਲੀ ਸੰਕਟ ਬਰਕਰਾਰ ਹੈ ਤੇ ਦੂਜੇ ਪਾਸੇ ਬਰਕਰਾਰ ਹੈ ਉਹਨਾਂ ਬਿਜਲੀ ਸਮਝੌਤਿਆਂ ਦੇ ਉੱਪਰ ਸਰਕਾਰ ਦਾ ਸਟੈਂਡ ਕੀ ਆਖਿਰਕਾਰ ਸਪਸ਼ਟ ਕਿਉਂ ਨਹੀਂ ਕੀਤਾ ਜਾਂਦਾ। ਪਰ ਹੁਣ ਲੱਗਦਾ ਹੈ ਕਿ ਸਰਕਾਰ ਸੋਚ ਰਹੀ ਹੈ ਕਿ ਕੁਝ ਜਾਣਕਾਰੀ ਹੈ ਇਹਨਾਂ ਸਮਝੌਤਿਆਂ ਤੇ ਵਿਚਾਰ ਕਰਨ ਬਾਰੇ। देखो क्योंकि पावर एग्रीमेंट ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਸੱਤਾ ਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਪਾਵਰ ਐਗਰੀਮੈਂਟ ਜਿਹੜੇ ਨੇ ਉਹ ਰੱਦ ਕੀਤੇ ਜਾਣਗੇ ਔਰ ਇਸੇ ਵਜ੍ਹਾ ਕਰਕੇ ਜਿਹੜੇ ਨੇ ਵਿਰੋਧੀ ਦਾ ਇਲਜ਼ਾਮ ਲਗਾ ਹੀ ਰਹੇ ਨੇ ਆਮ ਆਦਮੀ ਪਾਰਟੀ ਹੋਵੇ ਜਾਂ ਬੀਜੇਪੀ ਹੋਵੇ। ਕਾਂਗਰਸ ਦੇ ਅੰਦਰ ਵੀ ਇੱਕ ਵੱਡਾ ਘਮਾਸਾਨ ਮਚਿਆ ਹੋਇਆ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਸਾਰੇ ਇਹ ਮੰਗ ਕਰ ਰਹੇ ਨੇ ਕਿ ਇਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਣਾ ਚਾਹੀਦਾ। ਔਰ ਮੁੱਖ ਮੰਤਰੀ ਨੇ ਪਿਛਲੇ ਦਿਨਾਂ 'ਚ ਇੱਕ ਬਿਆਨ ਵੀ ਜਾਰੀ ਕੀਤਾ ਸੀਗਾ ਕਿ ਅਸੀਂ ਸਮੀਖਿਆ ਕਰ ਰਹੇ ਹਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਰੱਦ ਕੀਤਾ ਜਾਵੇ। ਔਰ ਹੁਣ ਸੋਰਸਿਸ ਸੇ ਜਾਣਕਾਰੀ ਦੇ ਰਹੇ ਨੇ ਕਿ ਜੋ ਪਾਵਰ ਮਹਿਕਮਾ ਹੈ ਉਹਨਾਂ ਨੇ ਵੀ ਇੱਕ ਕਾਨੂੰਨੀ ਰਾਏ ਮੰਗੀ ਹੈ। ਇੱਕ ਪੂਰਾ ਖਰੜਾ ਤਿਆਰ ਕੀਤਾ ਗਿਆ ਕਿ ਇਸ ਤਰੀਕੇ ਦੇ ਨਾਲ
कि ये पावर एग्रीमेंट रद्द किए जा सकते हैं और कानूनी राय लैन तो बाद ही हो सकता है कि ये समझौते जिहड़े ने रद्द कर दिते जान, क्योंकि ये समझौते कोर्ट दे विच 25 साल के लिए जिहड़ा वा वो समझौते होए हुए ने। तां अजिहे च कोई चैलेंज कोर्ट दे विच ना होवे या सरकार नूं मूंह दी खानी ना पवे, क्योंकि कई सारे अजिहे मामले सीगे जिथे सरकार ने फैसले तां ले लेकिन कोर्ट दे विच हार का सामना करना पिया और इसे वजह करके हुण पावर महकमा जिहड़ा वा वो रद्द करन दी तैयारी कर रहा और इस दे लई कानून की जिहड़ी एक लीगल राय हुंदी है वो एडवोकेट जनरल की टीम कोलों लिती जा रही है। बिल्कुल पंकज, पर कह सकते हैं कि इन्ना आसान तो नहीं रहेगा, क्योंकि खुद जो सरकार के मंत्री ने हरजोत कमल का पिछले दिन बयान तुसीं सुनिया, इस तो इलावा होर कई मंत्री ने जो खुद ये गल कहते हैं कि इन्हों चैलेंज करना इन्ना सौखा नहीं है, क्योंकि कहते टैक्नीकली चाहे इस दे विच कुछ होवे ना होवे पर इसनूं लीगली इन्ना ज्यादा स्ट्रोंग किया गया है कि इन्हों चुनौती देना कोई आसान गल नहीं है। देखो हरजोत कमल मोगे तो विधायक ने वो भी इस गल नूं लगातार कह रहे हैं कि इन्ना आसान नहीं है, क्योंकि जदों एक पूरी तरीके नाल एक खरड़ा तैयार होवे लीगल तमाम जिहड़ियां ने वो पूरियां चीज़ां पूरियां कीतियां होण और उस तो बाद एक नवीं गवर्नमेंट आवे और नवीं गवर्नमेंट इसनूं रद्द कर देवे और उदों जदों 25 साल का कोर्ट दे विच पूरा मामला इसनूं समझौते कोर्ट की छत्र छाया होवे तां इसे वजह करके एक लीगल राय लिती जा रही है, ताकि अगर सरकार फैसला लेंदी भी है, सरकार अगर विधानसभा, क्योंकि लगातार ये कहा जा रहा है कि विधानसभा का एक सैशन बुलाया जाए, स्पैशल सैशन बुलाया जाए और उस दे विच एक नवा कानून बनाया जाए जिसके तहत इन्हां समझौतियां नूं रद्द कर दिता जाए। तां जिहे इसे वजह करके एक लीगल राय लिती जा रही है कि विधानसभा का इजलास बुला के इसनूं रद्द किया जा सकता है, क्योंकि अमृत पहला असीं देखिया सीगा कि एक विधानसभा का स्पैशल इजलास 3 कानूनां नूं लैके लिआंदा गया सीगा और उत्थे जिहड़ा वह रद्द कर दिते गए 3 कानून की पंजाब च लागू नहीं होणगे और रद्द करन तो बाद क्योंकि स्पीकर गवर्नर साहब के दस्तखत होने हुंदे है तां उत्थे कहा गया कि उत्थे पूरा मामला पहुंचा होया, जदों तक दस्तखत नहीं हुंदे तां उस सैशन की और उस मते की कोई वैल्यू जिहड़ी नहीं रह जाती। तां अजिहे च इसे वजह करके एक लीगल राय जिहड़ी लिती जा रही है। बिल्कुल पंकज, तां फिलहाल की कुछ हुंदा इस पूरे मामले दे विच इस ते भी नजर है, पर दूजे पासे बिजली संकट कदों खत्म हुंदा है, यह भी सवाल इस तरह बरकरार है। शुक्रिया इस तमाम जानकारी दे लई पंकज। तां फिलहाल पंजाब दे विच एक पासे बिजली संकट खत्म नहीं हो रहा ते दूजे पासे अकाली बीजेपी की सरकार वेले जो समझौते किए गए जो लगातार सवालों दे विच ने उन्हां दे उपर हुण विचार करन दी कवायद शुरू हो गई है। सरकार ने समझौतियां ते कानूनी राय मंगी है। बिजली संकट पंजाब दे विच बरकरार है, खत्म होने का नाम नहीं लै रहा, पर रोपड़ प्लांट नूं लैके जो खबर सामने आ रही है कि रोपड़ प्लांट की एक यूनिट अजे भी खराब है। कल लहरा मोहब्बत प्लांट की एक यूनिट भी कुछ घंटे बंद रही है। यूनिट बंद होने करके बिजली पैदावार दे विच कमी आई है ते बिजली सप्लाई दे विच 2000 मैगावाट तो वध दी कमी दर्ज की गई है। हाल यह है कि सरकार नूं हुण महंगी बिजली खरीदनी पै रही है। कल सरकार ने बाहरों 400 मैगावाट बिजली खरीदी, 12 रुपए 40 पैसे प्रति यूनिट के हिसाब के नाल बिजली बाहरों खरीदी गई है। तां अजिहे दे विच पिछले दिनी जो तलवंडी साबो की खबर आई सी कि तलवंडी साबो दे यूनिट जो ने उन्हां दे विचों एक लीकेज करके बंद है। एक यूनिट मार्च तो बंद पिया है, उत्थे भी सिर्फ एक यूनिट काम कर रहा है, यानी कि 2000 के करीब समर्था रखने वाला यूनिट जो है वो इस वेले सिर्फ 400-500 मैगावाट के करीब ही उत्पादन कर रहा है। तो अजिहे दे विच हुण जो रोपड़ प्लांट की एक यूनिट है वो भी अजे तक खराब है। अवतार कंबोज साडे सहयोगी जुड़े ने। तो अवतार, डिमांड लगातार बढ़ रही है पर सप्लाई लगातार घटती जा रही है, रोपड़ दी यूनिट अजे तक खराब है, की कुछ जानकारी है, की कुछ कह रहा है बिजली महकमा? जी अमृत, बिल्कुल सरकार दे लई भी बिजली महकमे दे लई भी चिंता लगातार बनी हुई है, क्योंकि बिजली की मंग वधी हुई है, गर्मी वधी हुई है, बारिशां पै नहीं रही, तीजा झोने का सीजन चल रहा है। दोनों तीनों पासे तो सरकार फसदी हुई घिरदी हुई नजर आ रही है, क्योंकि बिजली की पूर्ति करने दे विच किते ना किते नाकाम हो रही है, क्योंकि बार बार कोई यूनिट खराब हो रहे हैं तो बिजली की मांग लगातार बनी हुई है। जेकर रोपड़ के थर्मल प्लांट की गल करिए तो रोपड़ का थर्मल प्लांट का 3 नंबर यूनिट अजे भी खराब है, अजे भी उसकी मुरम्मत का काम चल रहा है। तो बेशक अधिकारियों के मुताबिक कहा जा रहा है कि अज शाम तक या अज रात तक उसनूं चालू कर लिया जाएगा, लेकिन ये आने वाला समय के पता लगेगा कि कदों उसकी मुरम्मत मुकम्मल होंगी, क्योंकि मुरम्मत मुकम्मल होने तो बाद टेस्टिंग भी की जाती है। जेकर टेस्टिंग के विच सफल होंदा है तो उस तो बाद उसकी जनरेशन का काम शुरू कर दिया जाता है। लेकिन फिलहाल 3 नंबर यूनिट है वो लगातार बंद चल रहा है, क्योंकि जदों इसकी बॉयलर की लीकेज हुई थी उस तो बाद क्योंकि
ਕਿਉਂਕਿ ਬੋਇਲਰ ਦੀ ਲੀਕੇਜ ਦਾ ਮਸਲਾ ਸੀ। ਇਸ ਕਰਕੇ ਕਿਉਂਕਿ ਬੋਇਲਰ ਬਹੁਤ ਜ਼ਿਆਦਾ ਟੈਂਪਰੇਚਰ ਦੇ ਉੱਪਰ ਕੰਮ ਕਰ ਰਿਹਾ ਹੁੰਦਾ ਤਾਂ ਉਸ ਨੂੰ ਕਮ ਸੇ ਕਮ ਠੰਡਾ ਕਰਨ ਦੇ ਲਈ 20-22 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਲੇਕਿਨ ਫਿਲਹਾਲ ਉਹ ਠੰਡਾ ਲਗਭਗ ਹੋ ਚੁੱਕਾ ਤੇ ਉਸ ਤੋਂ ਬਾਅਦ ਮੁਰੰਮਤ ਦਾ ਕੰਮ ਵੀ ਜਾਰੀ ਹੈ, ਕਿਉਂਕਿ ਜੋ ਇੰਜੀਨੀਅਰ ਨੇ, ਥਰਮਲ ਦੇ ਇੰਜੀਨੀਅਰ ਨੇ, ਮਾਹਰ ਨੇ, ਉਹ ਲਗਾਤਾਰ 10 ਤੋਂ 12 ਬੰਦਿਆਂ ਦੀ ਟੀਮ ਲਗਾਤਾਰ ਉਸ ਦੇ ਉੱਤੇ ਕੰਮ ਕਰ ਰਹੀ ਹੈ। ਲੇਕਿਨ ਫਿਲਹਾਲ ਉਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਬਾਕੀ ਜਨਤਾ ਦੀ ਗੱਲ ਕਰੀਏ ਜੀ, ਹੁਣ ਫਿਲਹਾਲ ਕਦੋਂ ਇਹ ਮੁਰੰਮਤ ਪੂਰੀ ਹੁੰਦੀ ਹੈ, ਕਦੋਂ ਦੁਬਾਰਾ ਜੋ ਹੈ ਉਹ ਜਿੰਨੀ ਡਿਮਾਂਡ ਹੈ ਉਨੀ ਪੂਰਤੀ ਕਰ ਪਾਉਂਦਾ ਹੈ, ਇਹ ਯੂਨਿਟ ਦੇਖਣਾ ਹੋਵੇਗਾ ਕਿਉਂਕਿ ਲੋਕ ਬੇਹਾਲ ਨੇ। ਸ਼ੁਕਰੀਆ ਅਵਤਾਰ ਇਸ तमाम ਜਾਣਕਾਰੀ ਦੇ ਲਈ। ਤਾਂ ਬਿਜਲੀ ਸੰਕਟ ਬਰਕਰਾਰ ਹੈ ਤਾਂ ਦੂਜੇ ਪਾਸੇ ਰੋਪੜ ਪਲਾਂਟ ਦੀ ਇੱਕ ਯੂਨਿਟ ਅਜੇ ਤੱਕ ਖਰਾਬ ਹੈ। ਬੋਇਲਰ ਦੇ ਵਿੱਚ ਲੀਕੇਜ ਆਉਣ ਕਰਕੇ ਜੋ ਯੂਨਿਟ ਖਰਾਬ ਹੋਈ ਸੀ ਉਸ ਦੀ ਮੁਰੰਮਤ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਪਾਇਆ ਹੈ। ਕੰਮ ਸ਼ੁਰੂ ਕਦੋਂ ਹੋਵੇਗਾ, ਕਦੋਂ ਇਸ ਦੀ ਮੁਰੰਮਤ ਹੋਵੇਗੀ ਤੇ ਦੁਬਾਰਾ ਇਹ ਚਾਲੂ ਕਦੋਂ ਹੋਵੇਗਾ, ਇਹ ਫਿਲਹਾਲ ਦੇਖਣਾ ਹੋਵੇਗਾ। ਤੇ ਉਧਰ ਬਿਜਲੀ ਸੰਕਟ ਤੇ ਪੰਜਾਬ ਦੀ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ। ਵਿਰੋਧੀ ਸਵਾਲ ਖੜੇ ਕਰ ਰਹੇ ਨੇ, ਸਰਕਾਰ ਨੂੰ ਘੇਰ ਰਹੇ ਨੇ, ਪਰ ਆਪਣੇ ਵੀ ਨਸੀਹਤਾਂ ਦੇ ਰਹੇ ਨੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਨੂੰ ਚਿੱਠੀ ਲਿਖੀ ਹੈ ਤੇ ਜੋ ਸੰਕਟ ਇਸ ਵੇਲੇ ਬਿਜਲੀ ਦਾ ਆਇਆ ਹੈ ਉਸ ਦੇ ਲਈ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਇਹ ਮੰਗ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਸਮਾਂ ਰਹਿੰਦੇ ਅਫਸਰਾਂ ਨੇ ਜ਼ਰੂਰੀ ਕਦਮ ਨਹੀਂ ਚੁੱਕੇ ਸੀ। ਰੰਧਾਵਾ ਨੇ ਬਿਜਲੀ ਸਮਝੌਤਿਆਂ ਤੇ ਵੀ ਸਵਾਲ ਚੁੱਕੇ ਨੇ ਤੇ ਸਮਝੌਤੇ ਮੁੜ ਵਿਚਾਰਨ ਜਾਂ ਰੱਦ ਕਰਨ ਦੀ ਮੰਗ ਕੀਤੀ ਹੈ। ਤਾਂ ਚਿੱਠੀ ਲਿਖੀ ਗਈ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ, ਜਿਸ ਦੇ ਵਿੱਚ ਇੱਕ ਪਾਸੇ ਜਿੱਥੇ ਇਹਨਾਂ ਬਿਜਲੀ ਸਮਝੌਤਿਆਂ ਤੇ ਮੁੜ ਵਿਚਾਰ ਕਰਨ ਜਾਂ ਫਿਰ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ, ਉੱਥੇ ਹੀ ਉਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਸੰਕਟ ਦੇ ਸਮੇਂ ਦੇ ਵਿੱਚ ਜ਼ਰੂਰੀ ਕਦਮ ਨਹੀਂ ਚੁੱਕੇ। ਰੰਧਾਵਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਜ਼ਰੂਰੀ ਕਦਮ ਚੁੱਕੇ ਹੁੰਦੇ ਤਾਂ ਸ਼ਾਇਦ ਅੱਜ ਬਿਜਲੀ ਸੰਕਟ ਨਾ ਹੁੰਦਾ, ਅੱਜ ਅਜਿਹੀ ਸਥਿਤੀ ਨਾ ਬਣਦੀ। ਇਹਨੂੰ ਫੇਲ ਨਹੀਂ ਕਹਿ ਸਕਦਾ, ਇਹਨੂੰ ਮਿਸਮੈਨੇਜ ਕਹਿ ਸਕਦਾ ਕਿ ਮਿਸਮੈਨੇਜਮੈਂਟ ਜਿਹੜੀ ਆ ਉਹ ਹੈ। ਜੇ ਮੈਨੇਜ ਠੀਕ ਤਰੀਕੇ ਨਾਲ ਕੀਤਾ ਜਾਂਦਾ ਤੇ ਇਹ ਚੀਜ਼ ਨਾ ਹੁੰਦੀ। ਇਹਨੂੰ ਫੇਲ ਨਹੀਂ ਕਹਿ ਸਕਦਾ, ਇਹਨੂੰ ਮਿਸਮੈਨੇਜ ਕਹਿ ਸਕਦਾ ਕਿ ਮਿਸਮੈਨੇਜਮੈਂਟ ਜਿਹੜੀ ਆ ਉਹ ਹੈ। ਜੇ ਮੈਨੇਜ ਠੀਕ ਤਰੀਕੇ ਨਾਲ ਕੀਤਾ ਜਾਂਦਾ ਤੇ ਇਹ ਚੀਜ਼ ਨਾ ਹੁੰਦੀ। ਤਾਂ ਸਹੀ ਤਰੀਕੇ ਦੇ ਨਾਲ ਮੈਨੇਜਮੈਂਟ ਨਹੀਂ ਹੋਈ ਹੈ, ਇਹ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਕਹਿ ਰਹੇ ਨੇ। ਤਾਂ ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ। ਪੰਕਜ, ਵਿਰੋਧੀ ਤਾਂ ਸਵਾਲ ਖੜੇ ਕਰ ਹੀ ਰਹੇ ਨੇ ਪਰ ਆਪਣੇ ਵੀ ਹੁਣ ਨਸੀਹਤਾਂ ਦੇ ਰਹੇ ਨੇ, ਨਾਲ ਹੀ ਮੰਗ ਕਰ ਰਹੇ ਨੇ ਅਫਸਰਾਂ ਦੇ ਖਿਲਾਫ ਕਾਰਵਾਈ ਦੀ। ਕੀ ਕੁਝ ਜਾਣਕਾਰੀ ਹੈ ਜੋ ਚਿੱਠੀ ਲਿਖੀ ਗਈ ਹੈ ਰੰਧਾਵਾ ਵੱਲੋਂ? ਦੇਖੋ ਅੰਮ੍ਰਿਤ, ਕਿਉਂਕਿ ਇਲੈਕਸ਼ਨ ਮੋਡ ਹੈ ਔਰ ਇਲੈਕਸ਼ਨ ਦੇ ਵਿੱਚ ਜਦੋਂ ਇਸ ਤਰੀਕੇ ਦਾ ਇੱਕ ਵੱਡਾ ਸੰਕਟ ਆਇਆ ਹੋਵੇ ਜੋ ਆਮ ਲੋਕਾਂ ਦੇ ਨਾਲ ਜੁੜਿਆ ਹੋਵੇ ਔਰ ਆਮ ਲੋਕ ਜਦੋਂ ਖੱਜਲ ਖਰਾਬ ਹੋ ਰਹੇ ਨੇ, ਬਿਜਲੀ ਇੱਕ ਵੱਡੀ ਚੁਣੌਤੀ ਜਿਹੜੀ ਉਹ ਬਣੀ ਹੋਈ ਹੈ, ਲੰਬੇ ਲੰਬੇ ਕੱਟ ਲੱਗ ਰਹੇ ਆ ਔਰ ਸਰਕਾਰ ਮਾਨਸੂਨ ਦਾ ਇੰਤਜ਼ਾਰ ਕਰ ਰਹੀ ਹੈ। ਤਾਂ ਜਿਹੇ ਚ ਜੋ ਮੰਤਰੀ ਨੇ, ਜੋ ਵਜ਼ੀਰ ਨੇ ਸਰਕਾਰ ਦੇ, ਉਹ ਬਕਾਇਦਾ ਤੌਰ ਤੇ ਹੁਣ ਸਵਾਲ ਚੁੱਕ ਰਹੇ ਨੇ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿਹਾ ਕਿ ਅਫਸਰਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ, ਅਫਸਰ ਇਸ ਲਈ ਰਿਸਪੌਂਸਿਬਲ ਨੇ। ਕਿਉਂ ਨਹੀਂ ਸਮਾਂ ਰਹਿੰਦੇ ਇਹ ਦੇਖਿਆ ਗਿਆ ਕਿ ਯੂਨਿਟ ਦੀ ਡਿਮਾਂਡ ਅਗਰ ਵੱਧ ਰਹੀ ਹੈ, ਅਗਰ ਬਿਜਲੀ ਦੀ ਡਿਮਾਂਡ ਅਗਰ ਵੱਧ ਰਹੀ ਹੈ ਤਾਂ ਫਿਰ ਉਸ ਹਿਸਾਬ ਨਾਲ ਪਹਿਲਾਂ ਤੋਂ ਪਲੈਨਿੰਗ ਹੋਣੀ ਚਾਹੀਦੀ ਸੀਗੀ ਔਰ ਉਸ ਪਲੈਨਿੰਗ ਦੇ ਵਿੱਚ ਅਫਸਰ ਜਿਹੜੇ ਨੇ ਉਹ ਫੇਲ ਹੋਏ ਨੇ। ਅਫਸਰਸ਼ਾਹੀ ਦੀ ਜਿਹੜੀ ਇੱਕ ਫੇਲੀਅਰ ਦੇ ਨਾਲ ਸਰਕਾਰ ਦਾ ਨੁਕਸਾਨ ਹੋਇਆ ਔਰ ਇਸ ਕਰਕੇ ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਇਸ ਤਰੀਕੇ ਦੇ ਹਾਲਾਤ ਔਰ ਇਸੇ ਵਜ੍ਹਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲਿਖੀ ਗਈ ਹੈ। जी शुक्रिया पंकज फिलहाल तमाम जानकारी दे लई। तां सुखजिंदर सिंह रंधावा कैबिनेट मंत्री ने जिन्हां ने चिट्ठी लिख के कैप्टन अमरिंदर सिंह नूं इन्हां बिजली समझौतिਆਂ ते मुड़ विचार करन या इन्हां नूं रद्द करन दी मंग कीती है ते नाल ही कहा है कि जिन्हां अफसरां ने समा रहिंदिआं जरूरी कदम नहीं चुके उन्हां दी जिम्मेवारी तय कीती जावे। ਕਲੇਸ਼ ਕੋਈ ਨਹੀਂਗਾ, ਸਾਡੀ ਜਿਹੜੀ ਇਸ਼ੂ ਬੇਸਡ ਗੱਲਾਂ ਨੇ ਕਿ ਜਿਹੜੇ ਬਰਗਾੜੀ ਦਾ ਇਸ਼ੂ ਆ ਉਹਦੇ ਬਾਅਦ ਪੀਪੀਏ ਜਿਹੜੇ ਹੋਏ ਸੀਗੇ ਉਹਦੇ 'ਚ ਅਸੀਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਜਿਹੜੀ ਆ ਉਹਦੇ 'ਤੇ ਇਨਸਾਫ ਦਿੱਤਾ ਜਾਏਗਾ, ਬਿਜਲੀ ਪੂਰੀ ਦਿੱਤੀ ਜਾਏਗੀ। ਜਿਹੜੀ ਸਟੇਟ ਸੁਖਬੀਰ ਬਾਦਲ ਕਹਿੰਦਾ ਸੀ ਕਿ ਸਰਪਲਸ ਪਾਵਰ ਸਟੇਟ ਆ, ਉਹ ਸਰਪਲਸ ਕਿੱਥੇ ਗਿਆ, ਉਹਦਾ ਸਾਰੀਆਂ ਚੀਜ਼ਾਂ ਦੀ ਜਿਹੜੀ STF ਦੀ ਜਿਹੜੀ ਰਿਪੋਰਟ ਹੈ ਉਹ ਜਿਹੜੀ ਪਈ ਹੈ। ਇਹਨਾਂ ਬਾਰੇ ਸਾਡੀ ਕੋਈ ਪਰਸਨਲ ਜਾਂ ਕੋਈ ਪਰਸਨੈਲਿਟੀ ਵਾਈਜ਼ ਸਾਡਾ ਕੋਈ ਉਹਦੇ 'ਚ ਨਹੀਂ, ਕਿਸੇ ਨੂੰ ਚੇਂਜ ਕਰਦੀ ਨਹੀਂ, ਕਿਸੇ ਨੂੰ ਨਵੇਂ ਨੂੰ ਲੈ ਕੇ ਆਉਣ ਦੀ ਨਹੀਂ। ਸਾਡੀ ਹੈ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ, ਜੋ ਲੋਕਾਂ ਨਾਲ ਗੱਲਾਂ ਕਰਕੇ ਵੋਟਾਂ ਲਈਆਂ ਗਈਆਂ ਨੇ,
ਉਹਨਾਂ ਦਾ ਜਾ ਕੇ ਦੱਸਣਾ ਪਏਗਾ। ਤਾਂ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੈ, ਕੋਈ ਕਲੇਸ਼ ਨਹੀਂ ਹੈ, ਪਰ ਕੁਝ ਮੁੱਦਿਆਂ ਤੇ ਜ਼ਰੂਰ ਵਿਚਾਰਕ ਮਤਭੇਦ ਵੀ ਨੇ। ਤੇ ਉਹਨਾਂ ਨੇ ਕਿਹਾ ਕਿ ਕਿੰਤੂ ਪਰੰਤੂ ਵੀ ਹੈ ਜਿਨ੍ਹਾਂ ਦੇ ਉੱਪਰ ਕੰਮ ਹੋ ਰਿਹਾ ਹੈ। ਉਧਰ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਹੀ ਤੁਹਾਨੂੰ ਦੱਸ ਦਈਏ ਕਿ ਰਾਜੀਵ ਸ਼ੁਕਲਾ ਨਵੇਂ ਇੰਚਾਰਜ ਹੋ ਸਕਦੇ ਨੇ ਪੰਜਾਬ ਕਾਂਗਰਸ ਦੇ। ਕੱਲ੍ਹ ਸ਼ੁਕਲਾ ਨੇ ਕੈਪਟਨ ਦੇ ਨਾਲ ਮੁਲਾਕਾਤ ਕੀਤੀ ਹੈ। ਚੰਡੀਗੜ੍ਹ ਦੇ ਵਿੱਚ ਕੈਪਟਨ ਨੇ ਰਾਜੀਵ ਸ਼ੁਕਲਾ ਦੇ ਨਾਲ ਲੰਚ ਕੀਤਾ ਹੈ। ਫਿਲਹਾਲ ਰਾਜੀਵ ਸ਼ੁਕਲਾ ਹਿਮਾਚਲ ਕਾਂਗਰਸ ਦੇ ਇੰਚਾਰਜ ਨੇ। ਤਾਂ ਉੱਤਰਾਖੰਡ ਦੇ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਜੋ ਇਸ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਰਾਵਤ, ਉਹਨਾਂ ਨੇ ਖੁਦ ਇੰਚਾਰਜ ਦਾ ਅਹੁਦਾ ਛੱਡਣ ਦੀ ਇੱਛਾ ਜਤਾਈ ਸੀ। ਤੇ ਹੁਣ ਇਸ ਸਭ ਦੇ ਵਿਚਾਲੇ ਸਵਾਲ ਇਹੀ ਸੀ ਕਿ ਨਵਾਂ ਇੰਚਾਰਜ ਕੌਣ ਬਣਾਇਆ ਜਾਵੇਗਾ ਜੋ ਸਾਰੀ ਪਾਰਟੀ ਨੂੰ ਇਕਜੁੱਟ ਰੱਖ ਸਕੇ, ਉਹ ਵੀ ਅਜਿਹੇ ਸਮੇਂ ਦੇ ਵਿੱਚ ਜਦੋਂ ਪਾਰਟੀ ਪਹਿਲਾਂ ਹੀ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ, ਜਦੋਂ ਸਿਰ ਤੇ ਇਲੈਕਸ਼ਨਸ ਨੇ। ਤਾਂ ਅਜਿਹੇ ਦੇ ਵਿੱਚ ਇੱਕ ਅਜਿਹਾ ਇੰਚਾਰਜ ਲਿਆਂਦਾ ਜਾਵੇ ਜੋ ਪੂਰੀ ਪਾਰਟੀ ਨੂੰ ਇਕੱਠਾ ਰੱਖ ਸਕੇ। ਤਾਂ ਹੁਣ ਰਾਜੀਵ ਸ਼ੁਕਲਾ ਦਾ ਨਾਮ ਆ ਰਿਹਾ ਹੈ ਕਿ ਰਾਜੀਵ ਸ਼ੁਕਲਾ ਨਵੇਂ ਇੰਚਾਰਜ ਹੋ ਸਕਦੇ ਨੇ, ਕਿਉਂਕਿ ਕੱਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ। ਤਾਂ ਪੰਕਜ, ਹਾਲਾਂਕਿ ਖੁਦ ਇੱਛਾ ਜਤਾਈ ਸੀ ਹਰੀਸ਼ ਰਾਵਤ ਨੇ ਕਿ ਉਹ ਉੱਤਰਾਖੰਡ ਦੀਆਂ ਇਲੈਕਸ਼ਨ ਦੇ ਵਿੱਚ ਫੋਕਸ ਕਰਨਾ ਚਾਹੁੰਦੇ ਨੇ, ਤਾਂ ਹੁਣ ਸਵਾਲ ਇਹ ਸੀ ਕਿ ਅਜਿਹੇ ਸੰਕਟ ਦੇ ਸਮੇਂ ਦੇ ਵਿੱਚ ਕਾਂਗਰਸ ਦੀ ਕਮਾਨ ਕਿਸ ਦੇ ਹੱਥ ਜਾਵੇਗੀ। ਤਾਂ ਇੰਚਾਰਜ ਵਜੋਂ ਰਾਜੀਵ ਸ਼ੁਕਲਾ ਦਾ ਨਾਮ ਸਾਹਮਣੇ ਆ ਰਿਹਾ ਹੈ, ਕੀ ਕੁਝ ਜਾਣਕਾਰੀ ਹੈ ਪੂਰੀ? ਦੇਖੋ, ਕਿਉਂਕਿ ਉੱਤਰਾਖੰਡ ਦੇ ਵਿੱਚ ਵੀ ਪੰਜਾਬ ਦੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਨੇ ਔਰ ਹਰੀਸ਼ ਰਾਵਤ ਹੋਰੀ ਉੱਥੇ ਮੁੱਖ ਮੰਤਰੀ ਫੇਸ ਨੇ ਕਾਂਗਰਸ ਦੇ, ਔਰ ਉੱਥੇ ਪੂਰੀ ਸ਼ਿੱਦਤ ਕਰਨਾ ਚਾਹ ਰਹੇ ਕਿਉਂਕਿ ਸੱਤਾ ਤੋਂ ਬਾਹਰ ਨੇ। ਔਰ ਇਸੇ ਵਜ੍ਹਾ ਕਰਕੇ ਹਾਈ ਕਮਾਨ ਨੂੰ ਇੱਛਾ ਜ਼ਾਹਰ ਕਰ ਚੁੱਕੇ ਨੇ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਤੋਂ ਫ੍ਰੀ ਕੀਤਾ ਜਾਵੇ ਔਰ ਪੀਸੀਸੀ ਜਿਹੜਾ ਵਾ ਉਹ ਉੱਤਰਾਖੰਡ ਦੇ ਵਿੱਚ ਲਗਾਇਆ ਜਾਵੇ। ਔਰ ਉਸ ਤੋਂ ਬਾਅਦ ਪੰਜਾਬ ਦਾ ਇੰਚਾਰਜ ਕੌਣ ਹੋਵੇ, 3-4 ਨਾਮ ਚੱਲ ਰਹੇ ਨੇ ਅੰਮ੍ਰਿਤ, ਜਿਸ ਦੇ ਵਿੱਚ ਇੱਕ ਜੇਪੀ ਅਗਰਵਾਲ ਹੈ। ਜੇਪੀ ਅਗਰਵਾਲ 3 ਮੈਂਬਰੀ ਕਮੇਟੀ ਦਾ ਹਿੱਸਾ ਨੇ ਜੋ ਕਾਂਗਰਸ ਦਾ ਕਲੇਸ਼ ਖਤਮ ਕਰਨ ਦੇ ਵਿੱਚ ਲੱਗੀ ਰਹੀ ਹੈ। ਦੂਸਰਾ ਮਲਿਕਾਰਜੁਨ ਖੜਗੇ ਔਰ ਤੀਸਰਾ ਨਾਮ ਹੈ ਹਰੀਸ਼ ਚੌਧਰੀ ਜੋ ਪਹਿਲਾਂ ਪੰਜਾਬ ਕਾਂਗਰਸ ਦੇ ਸਹਿ ਪ੍ਰਭਾਰੀ ਰਹਿ ਚੁੱਕੇ ਨੇ। ਔਰ ਚੌਥਾ ਨਾਮ ਹੈ ਰਾਜੀਵ ਸ਼ੁਕਲਾ, ਕਿਉਂਕਿ ਰਾਜੀਵ ਸ਼ੁਕਲਾ ਪੰਜਾਬ ਦੀ ਸਮਝ ਰੱਖਦੇ ਹੈ, ਪੰਜਾਬ ਦੇ ਨਾਲ ਜੁੜੇ ਰਹੇ ਨੇ ਔਰ ਇਸ ਵੇਲੇ ਹਿਮਾਚਲ ਕਿਉਂਕਿ ਗੁਆਂਢੀ ਸੂਬਾ ਹੈ ਉੱਥੋਂ ਦੇ ਵੀ ਇੰਚਾਰਜ ਨੇ। ਔਰ ਕੱਲ ਰਾਜੀਵ ਸ਼ੁਕਲਾ ਜਦੋਂ ਸਾਬਕਾ ਵੀਰਭੱਦਰ ਦੀ ਜਦੋਂ ਮੌਤ ਹੋ ਗਈ ਉੱਥੇ ਹਿਮਾਚਲ ਪਹੁੰਚੇ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਪਹੁੰਚੇ, ਮੁੱਖ ਮੰਤਰੀ ਦੇ ਨਾਲ ਲੰਚ ਕੀਤਾ। ਤਕਰੀਬਨ 1.5 ਘੰਟਾ ਮੁਲਾਕਾਤ ਹੋਈ ਔਰ ਉਸ ਮੀਟਿੰਗ ਦੇ ਵਿੱਚ 2022 ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਗੱਲਬਾਤ ਹੋਈ ਔਰ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਗੱਲਬਾਤ ਹੋਈ। ਤਾਂ ਇਸੇ ਵਜ੍ਹਾ ਕਰਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਕੀ ਅਗਲੇ ਇੰਚਾਰਜ ਜਿਹੜੇ ਨੇ ਉਹ ਰਾਜੀਵ ਸ਼ੁਕਲਾ ਹੋ ਸਕਦੇ ਨੇ ਜਾਂ ਜੇਪੀ ਅਗਰਵਾਲ ਹੋ ਸਕਦੇ ਨੇ। ਲੇਕਿਨ ਕੱਲ੍ਹ ਦੀ ਮੀਟਿੰਗ ਤਕਰੀਬਨ 1.5 ਘੰਟੇ ਦੇ ਵਿੱਚ ਇਹ तमाम ਪੰਜਾਬ ਕਾਂਗਰਸ ਨੂੰ ਲੈ ਕੇ ਗੱਲਬਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੁੰਦੀ ਹੋਈ ਨਜ਼ਰ ਆਈ ਹੈ। ਬਿਲਕੁਲ, ਤਾਂ ਕੌਣ ਇੰਚਾਰਜ ਹੁੰਦਾ ਹੈ, ਕਿਸ ਦੇ ਹੱਥ ਕਮਾਨ ਆਉਂਦੀ ਹੈ ਪੰਕਜ, ਇਹ ਫਿਲਹਾਲ ਦੇਖਣਾ ਹੋਵੇਗਾ। ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਤਾਂ ਰਾਜੀਵ ਸ਼ੁਕਲਾ ਨੇ ਕੱਲ ਮੁਲਾਕਾਤ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਚੰਡੀਗੜ੍ਹ ਦੇ ਵਿੱਚ ਕੈਪਟਨ ਦੇ ਨਾਲ ਲੰਚ ਕੀਤਾ ਹੈ, ਜਿਸ ਤੋਂ ਬਾਅਦ ਇਹ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਰਾਜੀਵ ਸ਼ੁਕਲਾ ਪੰਜਾਬ ਕਾਂਗਰਸ ਦੇ ਇੰਚਾਰਜ ਹੋ ਸਕਦੇ ਨੇ। ब्रेक के लिए रुकते हैं।